का खालसा वाहिगुरु जी की फतेह। किताब 1984 सिख कतलेआम दा सच। लेखक जरनैल सिंह दिल्ली। पत्रकार भाग दूजा। दंगे नहीं कतलेआम किन्ने पाकिस्तान। आवाज भाई संदीप सिंह खालड़ा। 2 नवंबर 1984 ਦੀ ਉਸ ਰਾਤ ਦੰਗਾਈਆਂ ਦੇ ਹੱਥੋਂ ਨਿਰਦੋਸ਼ ਸਿੱਖਾਂ ਨੂੰ ਦਿਨ ਭਰ ਜਿਉਂਦਾ ਤੜਫ ਤੜਫ ਕੇ ਸੜਦਾ ਵੇਖਣ ਦੇ ਬਾਵਜੂਦ ਸੁਰਜੀਤ ਕੌਰ ਕੰਬੀ ਜਾ ਰਹੀ ਸੀ। ਗੁਆਂਢੀ ਦੇ ਘਰ ਸ਼ਰਨ ਮਿਲੀ ਸੀ, ਪਰ ਫਿਰ ਵੀ ਡਰ ਦੇ ਮਾਰੇ ਖੂਨ ਜੰਮ ਰਿਹਾ ਸੀ। ਕੰਬਦੇ ਹੋਏ 3 ਬੱਚੇ ਗੋਦ ਵਿੱਚ ਸੀ, ਪਰ ਨੀਂਦ ਨਹੀਂ ਆ ਰਹੀ ਸੀ। ਤਦੇ ਦਰਵਾਜ਼ੇ ਤੇ ਠੱਕ ਠੱਕ ਹੋਈ ਤਾਂ ਦਿਲ ਦੀ ਧੜਕਨ ਵੱਧ ਗਈ। ਇਹ ਰਾਤ ਨੂੰ 2 ਵਜੇ ਕੀ ਹੋ ਗਿਆ? ਗੁਆਂਢੀਆਂ ਦਾ ਸਾਹਸ ਜਵਾਬ ਦੇ ਗਿਆ ਸੀ। ਕਹਿਣ ਲੱਗੇ, ਹੁਣ ਤੁਸੀਂ ਦੱਸੋ, ਇੱਥੋਂ ਚਲੇ ਜਾਓ। ਕਿੱਥੇ ਜਾਵਾਂਗੀ ਇਸ ਠੰਡੀ ਹਨੇਰੀ ਰਾਤ ਨੂੰ, ਉਹ ਵੀ 3 ਬੱਚਿਆਂ ਦੇ ਨਾਲ। ਐਸੀ ਇਕੱਲੀ ਜਨਾਨੀ ਜਿਸ ਦੇ ਪਰਿਵਾਰ ਦੇ ਸਾਰੇ ਆਦਮੀ ਮਾਰੇ ਜਾ ਚੁੱਕੇ ਹੋਣ। ਹਿੰਮਤ ਵਿਖਾਉਣ ਦੇ ਬਾਅਦ ਹੁਣ ਡਰ ਦੇ ਮਾਰੇ ਕਾਇਰ ਹੋ ਚੁੱਕੇ ਗੁਆਂਢੀ ਨੇ ਕਿਹਾ, ਤੁਸੀਂ ਲੈਟਰਿਨ ਕਰਨ ਦੇ ਬਹਾਨੇ ਡੱਬਾ ਲੈ ਕੇ ਚਲੀ ਜਾਓ। ਲੈਟਰਿਨ ਕਰਨ ਦੇ ਬਹਾਨੇ 3 ਬੱਚਿਆਂ ਨੂੰ ਨਾਲ ਲੈ ਕੇ ਨਿਕਲਣਾ ਹੀ ਪਿਆ। ਕਰਦੀ ਵੀ ਕੀ? ਇਹ ਦੱਸਦੇ ਹੋਏ ਸੁਰਜੀਤ ਕੌਰ ਦੀਆਂ ਅੱਖਾਂ ਹੰਝੂਆਂ ਨਾਲ ਭਰ ਗਈਆਂ। 2 ਦਿਨਾਂ ਤੋਂ 3 ਬੱਚਿਆਂ ਦੇ ਨਾਲ ਛਿਪਦੀ ਛਪਾਉਂਦੀ ਘੁੰਮ ਰਹੀ ਸੀ, ਪਰ ਕਿਧਰੇ ਕੋਈ ਸਿਰ ਛਪਾਉਣ ਲਈ ਥਾਂ ਦੇਣ ਲਈ ਤਿਆਰ ਨਹੀਂ ਸੀ। ਹਾਰ ਕੇ ਇੱਕ ਗੁਆਂਢੀ ਨੂੰ ਤਰਸ ਆਇਆ ਅਤੇ ਸ਼ਰਨ ਵੀ ਮਿਲੀ, ਪਰ ਉਹਨਾਂ ਨੇ ਵੀ ਰਾਤ ਦੇ 2 ਵਜੇ ਘਰ ਤੋਂ ਨਿਕਲਣ ਲਈ ਮਜਬੂਰ ਕਰ ਦਿੱਤਾ। ਸਾਰਾ ਜ਼ਮਾਨਾ ਵੈਰੀ ਹੋ ਗਿਆ ਸੀ। ਦੰਗਾਈਆਂ ਦਾ ਰਾਜ ਹੋ ਚੁੱਕਾ ਸੀ ਅਤੇ ਕੋਈ ਛੋਟੇ ਛੋਟੇ ਮਾਸੂਮ ਬੱਚਿਆਂ ਦੇ ਨਾਲ ਭਟਕ ਰਹੀ ਇੱਕ ਅਬਲਾ ਨੂੰ ਕੁਝ ਦੇਰ ਲਈ ਰੱਖਣ ਨੂੰ ਵੀ ਤਿਆਰ ਨਹੀਂ ਸੀ। 3 ਬੱਚੇ ਮੁੰਡੇ ਸੀ, ਪਰ ਅਜੇ ਛੋਟੀ ਉਮਰ ਸੀ। ਇਸ ਲਈ ਉਹਨਾਂ ਦੇ ਕੇਸ ਖੋਲ ਕੇ ਕੁੜੀਆਂ ਵਾਂਗ ਗੁੱਤ ਕਰ ਦਿੱਤੀ। ਇਹਨਾਂ ਵਿੱਚੋਂ 2 ਬੱਚੇ ਹੀ ਸੁਰਜੀਤ ਕੌਰ ਦੇ ਆਪਣੇ ਸਨ। ਇੱਕ ਬੱਚਾ ਉਸਨੇ ਉਹ ਲੈ ਲਿਆ ਸੀ ਜਿਸ ਦਾ ਪਿਓ ਇਸ ਕਤਲੇਆਮ ਵਿੱਚ ਮਾਰਿਆ ਜਾ ਚੁੱਕਾ ਸੀ, ਅਤੇ ਮਾਂ ਦਾ ਪਤਾ ਹੀ ਨਹੀਂ ਸੀ ਕਿ ਕਿੱਥੇ ਹੈ, ਕੀ ਕਰਦੀ। ਦੁਨੀਆ ਨੇ ਭਲੇ ਹੀ ਇਸ ਮਾਸੂਮ ਦੇ ਲਈ ਦਰਵਾਜ਼ੇ ਬੰਦ ਕਰ ਦਿੱਤੇ ਸੀ, ਪਰ ਉਸ ਕੋਲੋਂ ਬੱਚੇ ਦਾ ਰੋਣਾ ਵੇਖਿਆ ਨਹੀਂ ਗਿਆ। ਜਦੋਂ ਉਸ ਅਨਾਥ ਬੱਚੇ ਨੇ ਮਾਂ ਸਮਝ ਕੇ ਉਸ ਦੀ ਚੁੰਨੀ ਫੜ ਲਈ ਤਾਂ ਉਸ ਨੂੰ ਇਕੱਲਾ ਕਿਵੇਂ ਛੱਡ ਦਿੰਦੇ। ਕਤਲੇਆਮ ਦੇ ਬਾਅਦ ਬਦਨਾਮ ਹੋ ਚੁੱਕੀ ਇਸ ਨੰਦ ਨਗਰੀ ਵਿੱਚ ਸੁਰਜੀਤ ਕੌਰ ਆਪਣੀਆਂ 3 ਦਰਾਣੀਆਂ ਤੇ ਇੱਕ ਜਠਾਣੀ ਦੇ ਨਾਲ ਰਹਿੰਦੀ ਸੀ, ਪਰ ਦੰਗਾਈਆਂ ਨੇ ਕਿਸੇ ਦੇ ਵੀ ਆਦਮੀ ਨੂੰ ਨਹੀਂ ਛੱਡਿਆ। ਇੱਕੋ ਹੀ ਦਿਨ ਵਿੱਚ 4 ਵਿਧਵਾ ਹੋ ਗਈਆਂ। 2 ਜਵਾਨ ਭਤੀਜੀਆਂ ਨੂੰ ਵੀ ਦੰਗਾਈਆਂ ਨੇ ਜਿੰਦਾ ਸਾੜ ਦਿੱਤਾ ਸੀ। ਅੱਜ ਵੀ ਜਦੋਂ ਇਹ 4 ਇਕੱਠੀਆਂ ਬਹਿ ਜਾਂਦੀਆਂ ਹਨ ਤਾਂ ਮਾਹੌਲ ਗਮਗੀਨ ਹੋ ਜਾਂਦਾ ਹੈ। ਇੰਦਰਾ ਗਾਂਧੀ ਦੀ ਮੌਤ ਤੋਂ ਬਾਅਦ 1 ਨਵੰਬਰ ਦੇ ਸਵੇਰੇ ਵਹਿਸ਼ੀ ਭੀੜ ਨੇ ਹੱਲਾ ਬੋਲ ਦਿੱਤਾ ਸੀ। ਸਭ ਤੋਂ ਪਹਿਲਾ ਹਮਲਾ ਲੋਕਲ ਗੁਰਦੁਆਰੇ ਤੇ ਹੋਇਆ ਤਾਂ ਸੁਰਜੀਤ ਕੌਰ ਦੇ ਪਤੀ ਇਸ ਹਮਲੇ ਦਾ ਜਾਇਜ਼ਾ ਲੈਣ ਗੁਰਦੁਆਰੇ ਚਲੇ ਗਏ। ਸੋਚਿਆ ਕਿ ਕੁਝ ਨੁਕਸਾਨ ਪਹੁੰਚਾ ਗਏ ਹੋਣਗੇ। ਦੰਗਾਈ ਮਰਨ ਮਾਰਨ ਉੱਤੇ ਉਤਾਰੂ ਨੇ, ਇਸ ਦਾ ਤਾਂ ਖਿਆਲ ਹੀ ਨਹੀਂ ਸੀ। ਗੁਰਦੁਆਰੇ ਦਾ ਹਾਲ ਜਾਣਨ ਗਏ ਨੂੰ ਦੰਗਾਈਆਂ ਨੇ ਗੁਰਦੁਆਰੇ ਦੀ ਛੱਤ ਤੇ ਹੀ ਪੈਰਾਂ ਤੋਂ ਘਸੀਟ ਕੇ ਹੇਠਾਂ ਸੁੱਟ ਦਿੱਤਾ ਤੇ ਥੱਲੇ ਖੜੀ ਭੀੜ ਨੇ ਬੁਰੀ ਤਰ੍ਹਾਂ ਕੋਹ ਕੇ ਮਾਰ ਦਿੱਤਾ। ਇੱਧਰ ਡਰ ਦੇ ਮਾਰੇ ਔਰਤਾਂ ਨੇ ਘਰ ਦੇ ਬਾਕੀ ਸਾਰੇ ਬੰਦਿਆਂ ਨੂੰ ਘਰ ਦੇ ਵਿੱਚ ਹੀ ਕੋਨਿਆਂ, ਅਲਮਾਰੀ, ਬੈੱਡ ਆਦਿ ਵਿੱਚ ਲੁਕੋ ਦਿੱਤਾ। ਗੁਰਦੁਆਰੇ ਨੂੰ ਅੱਗ ਲਾਉਣ ਦੇ ਬਾਅਦ ਹੁਣ ਦੰਗਾਈਆਂ ਨੇ ਸਿੱਖਾਂ ਦੇ ਘਰਾਂ ਵੱਲ ਰੁਖ ਕੀਤਾ। ਉਹ ਲਗਾਤਾਰ ਦਰਵਾਜ਼ੇ ਭੰਨ ਰਹੇ ਸੀ। ਇੱਕ ਹੀ ਮੰਗ ਸੀ, ਸਰਦਾਰ ਲਿਆਓ,
ਆਪਣੇ ਪਤੀ ਨੂੰ ਗਵਾ ਚੁੱਕੀ ਸੁਰਜੀਤ ਕੌਰ ਨੇ ਰੋਂਦਿਆਂ ਹੋਏ ਕਿਹਾ, ਸਰਦਾਰ ਤਾਂ ਤੁਸੀਂ ਮਾਰ ਦਿੱਤਾ, ਹੁਣ ਕਿੱਥੋਂ ਲਿਆਈਏ। ਫਿਰ ਉਹ ਥੋੜੇ ਚਿਰ ਲਈ ਚਲੇ ਗਏ, ਪਰ ਅੱਧੇ ਘੰਟੇ ਬਾਅਦ ਵਾਪਸ ਆ ਗਏ। ਹੁਣ ਉਹ ਪਿਆਰ ਨਾਲ ਕਹਿਣ ਲੱਗੇ, ਅਸੀਂ ਤਾਂ ਬਚਾਉਣ ਆਏ ਹਾਂ, ਪੰਜਾਬ ਚਲੇ ਜਾਓ, ਕੁਝ ਨਹੀਂ ਕਹਾਂਗੇ। ਸੁਰਜੀਤ ਕੌਰ ਦੱਸਦੀ ਹੈ ਕਿ ਉਹਨਾਂ ਦੇ ਜੇਠ ਅਲਮਾਰੀ ਵਿੱਚ ਬੰਦ ਸਨ। ਉਹ ਵਾਰ-ਵਾਰ ਪੁੱਛਦੇ, ਦੰਗਾਈ ਚਲੇ ਗਏ? ਮੈਂ ਕਹਿੰਦੀ, ਨਹੀਂ ਜੀ, ਹੁਣੇ ਨਹੀਂ ਗਏ। ਉਹਨਾਂ ਨੂੰ ਉੱਥੇ ਅਲਮਾਰੀ ਵਿੱਚ ਹੀ ਪੀਣ ਦਾ ਪਾਣੀ ਅਤੇ ਖਾਣ ਨੂੰ ਕੁਝ ਦੇ ਦਿੰਦੇ ਸੀ। ਸੁਰਜੀਤ ਕੌਰ ਨੂੰ ਅਲਮਾਰੀ ਵਿੱਚ ਮੌਤ ਦੇ ਡਰ ਨਾਲ ਲੁਕੇ ਹੋਏ ਜੇਠ ਦੀ ਸ਼ਕਲ ਅੱਜ ਵੀ ਯਾਦ ਹੈ। ਉਹ ਬਾਹਰ ਦੰਗਾਈਆਂ ਦੇ ਸੁਰ ਵਿੱਚ ਫਿਰ ਬਦਲ ਗਏ, ਕਹਿਣ ਲੱਗੇ, ਸਾਡੀ ਮਾਂ ਨੂੰ ਮਾਰਿਆ ਹੈ, ਅਸੀਂ ਨਹੀਂ ਛੱਡਾਂਗੇ। ਸੁਰਜੀਤ ਕੌਰ ਨੇ ਕਿਹਾ ਕਿ ਪ੍ਰਧਾਨ ਮੰਤਰੀ ਤਾਂ ਪੂਰੇ ਦੇਸ਼ ਦੀ ਮਾਂ ਹੁੰਦੀ ਹੈ, ਸਾਡੀ ਵੀ ਸੀ। ਅਸੀਂ ਤਾਂ ਇਸ ਦੁੱਖ ਦੇ ਕਰਕੇ ਰਾਤ ਰੋਟੀ ਵੀ ਨਹੀਂ ਖਾਧੀ, ਪਰ ਉਹਨਾਂ ਨੇ ਇੱਕ ਹੀ ਰੱਟ ਲਾਈ ਹੋਈ ਸੀ, ਸਰਦਾਰ ਲਿਆਓ, ਨਹੀਂ ਤਾਂ ਸਾਰਿਆਂ ਨੂੰ ਮਾਰ ਦੇਵਾਂਗੇ। ਅਖੀਰ ਕਦੋਂ ਤੱਕ ਅੜਦੇ। ਭੀੜ ਨੇ ਦਰਵਾਜ਼ੇ ਭੰਨ ਦਿੱਤੇ ਅਤੇ ਘਰ ਨੂੰ ਅੱਗ ਲਾਉਣੀ ਸ਼ੁਰੂ ਕਰ ਦਿੱਤੀ। ਕਿਸੇ ਭੇਤੀਏ ਨੇ ਦੱਸ ਦਿੱਤਾ ਸੀ ਕਿ ਬੰਦੇ ਘਰ ਵਿੱਚ ਹੀ ਛੁਪੇ ਹੋਏ ਨੇ। ਜ਼ਾਲਮਾਂ ਨੇ ਸਾਰਿਆਂ ਨੂੰ ਲੱਭ ਕੇ ਅੱਗ ਦੇ ਹਵਾਲੇ ਕਰ ਦਿੱਤਾ। ਧੋਤੀਆਂ ਬੰਨ ਕੇ ਆਏ ਇਹਨਾਂ ਲੋਕਾਂ ਨੂੰ ਸੁਰਜੀਤ ਕੌਰ ਨੇ ਪਹਿਲਾਂ ਇਲਾਕੇ ਵਿੱਚ ਕਦੇ ਨਹੀਂ ਵੇਖਿਆ ਸੀ। ਦਰਾਣੀ ਦਾ ਪੁੱਤਰ ਹਰਪ੍ਰੀਤ ਸਿੰਘ ਰਿੱਕੀ 3 ਸਾਲਾਂ ਦਾ ਸੀ, ਉਸ ਨੂੰ ਵੀ ਅੱਗ ਵਿੱਚ ਸੁੱਟ ਦਿੱਤਾ ਤਾਂ ਸੁਰਜੀਤ ਕੌਰ ਅੱਗ ਵਿੱਚ ਛਾਲ ਮਾਰ ਕੇ ਉਸ ਨੂੰ ਬਚਾ ਲਿਆਈ। ਰਿੱਕੀ ਦੇ ਪਿਓ ਤੇ ਇਹਨਾਂ ਦੀ ਧੋਤੀ ਵਾਲਿਆਂ ਨੇ ਪਹਿਲਾਂ ਹੀ ਗੋਡੇ ਤੇ ਵਾਰ ਕੀਤਾ ਤੇ ਜਦੋਂ ਉਹ ਡਿੱਗ ਗਏ ਤਾਂ ਸਿਰ ਤੇ ਸੱਟ ਮਾਰੀ, ਫਿਰ ਪਾਊਡਰ ਪਾ ਕੇ ਅੱਗ ਲਾ ਦਿੱਤੀ। ਬਾਕੀਆਂ ਨਾਲ ਵੀ ਇਹੀ ਸਭ ਕੁਝ ਹੋ ਰਿਹਾ ਸੀ, ਜਿਵੇਂ ਕਿ ਇਸ ਦੀ ਬਕਾਇਦਾ ਟ੍ਰੇਨਿੰਗ ਲੈ ਕੇ ਆਏ ਹੋਣ। ਇੱਕ ਇੱਕ ਕਰਕੇ ਘਰ ਦੇ ਬੰਦੇ ਮਾਰੇ ਜਾ ਰਹੇ ਸੀ ਤੇ ਹੁਣ ਸੁਰਜੀਤ ਕੌਰ ਨੂੰ ਆਪਣਾ ਪੁੱਤਰ ਤਰਵਿੰਦਰ ਵੀ ਨਜ਼ਰ ਨਹੀਂ ਸੀ ਆ ਰਿਹਾ। ਪਤਾ ਲੱਗਾ ਕਿ ਤਰਵਿੰਦਰ ਵੀ ਦੰਗਾਈਆਂ ਤੇ ਅੱਗ ਵਿੱਚ ਫਸ ਗਿਆ ਹੈ। ਸੁਰਜੀਤ ਕੌਰ ਨੂੰ ਘਰ ਦਾ ਚਿਰਾਗ ਵੀ ਬੁਝਦਾ ਨਜ਼ਰ ਆਇਆ ਤਾਂ ਉਹ ਉਸ ਪਾਸੇ ਵੱਲ ਭੱਜੀ ਜਿੱਥੇ ਉਹ ਤਰਵਿੰਦਰ ਨੂੰ ਛੱਡ ਕੇ ਆਈ ਸੀ। ਉਸ ਨੂੰ ਲੈਣ ਗਈ ਤਾਂ ਦੰਗਾਈਆਂ ਨੇ ਧੜਾ ਧੜ ਇੱਟਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ। ਇੱਕ ਇੱਟ ਸਿੱਧਾ ਸਿਰ ਤੇ ਵੱਜੀ ਤੇ ਸਿਰ ਫਟ ਗਿਆ। ਖੂਨ ਦੀ ਧਾਰ ਵਗਣੀ ਸ਼ੁਰੂ ਹੋ ਗਈ, ਪਰ ਕੋਈ ਦਰਦ ਮਹਿਸੂਸ ਨਹੀਂ ਹੋ ਰਿਹਾ ਸੀ। ਇੰਜ ਲੱਗ ਰਿਹਾ ਸੀ ਜਿਵੇਂ ਸਾਰਾ ਸਰੀਰ ਸ਼ੁੰਨ ਹੋ ਚੁੱਕਾ ਹੈ। ਉਸ ਨੂੰ ਤਾਂ ਬਸ ਆਪਣੇ ਪੁੱਤਰ ਦੀ ਭਾਲ ਸੀ। ਪੁੱਤਰ ਨੂੰ ਬਚਾਉਣਾ ਜ਼ਰੂਰੀ ਸੀ, ਜ਼ਖਮ ਤਾਂ ਫਿਰ ਠੀਕ ਹੋ ਜਾਏਗਾ। ਤਰਵਿੰਦਰ ਆਵਾਜ਼ਾਂ ਮਾਰੀਆਂ ਤਾਂ ਡਰ ਦੇ ਮਾਰੇ ਪੌੜੀਆਂ ਹੇਠਾਂ ਛਿਪਿਆ ਜ਼ਖਮੀ ਪੁੱਤਰ ਸਾਹਮਣੇ ਆ ਗਿਆ। ਸੁਰਜੀਤ ਕੌਰ ਉਸ ਨੂੰ ਚੀਤੇ ਦੀ ਚਾਲ ਨਾਲ ਲੈ ਕੇ ਵਾਪਸ ਘਰ ਦੇ ਅੰਦਰ ਚਲੀ ਗਈ। ਤਰਵਿੰਦਰ ਉਸ ਵਕਤ 13 ਸਾਲਾਂ ਦਾ ਸੀ। ਜਦੋਂ ਸੁਰਜੀਤ ਕੌਰ ਇਸ ਕਤਲੇਆਮ ਦੇ ਬਾਰੇ ਗੱਲ ਕਰ ਰਹੀ ਸੀ ਤਾਂ ਉਹ ਕੋਲ ਆ ਕੇ ਬਹਿ ਗਿਆ। ਉਸ ਬਾਰੇ ਜ਼ਿਕਰ ਆਉਣ ਉੱਤੇ ਉਹ ਆਪਣੇ ਜ਼ਖਮਾਂ ਦੇ ਨਿਸ਼ਾਨ ਵਿਖਾਉਣ ਲੱਗਾ ਜੋ ਕਿ ਭੀੜ ਨੇ ਉਸ ਨੂੰ ਦਿੱਤੇ ਸੀ। ਕਹਿਣ ਲੱਗਾ ਕਿ ਜ਼ਖਮ ਡੂੰਘੇ ਸੀ ਅਤੇ ਸਰਦੀਆਂ ਵਿੱਚ ਇਹਨਾਂ 'ਚ ਦਰਦ ਉੱਠਣ ਲੱਗਦਾ ਹੈ। ਤਰਵਿੰਦਰ ਹੁਣ ਤੱਕ ਉਸ ਸਦਮੇ ਤੋਂ ਉੱਭਰ ਨਹੀਂ ਸਕਿਆ ਅਤੇ ਅਕਸਰ ਬਿਮਾਰ ਰਹਿੰਦਾ ਹੈ। ਜਦੋਂ ਘਰ ਦੇ ਸਾਰੇ ਮਰਦ ਮਾਰੇ ਜਾ ਚੁੱਕੇ ਤਾਂ ਔਰਤਾਂ ਨੇ ਵੇਖਿਆ ਕਿ ਇਲਾਕੇ ਦੇ ਇੱਕ ਸਿੱਖ ਬਜ਼ੁਰਗ, ਜਿਨ੍ਹਾਂ ਨੂੰ ਸਾਰੇ ਮਾਮਾ ਜੀ ਕਹਿੰਦੇ ਸਨ, ਸੜਕ ਤੇ ਬੁਰੀ ਤਰ੍ਹਾਂ ਜ਼ਖਮੀ ਪਏ ਹੋਏ ਹਨ। ਦੰਗਾਈ ਉਹਨਾਂ ਨੂੰ ਮੋਇਆ ਜਾਣ ਕੇ ਛੱਡ ਗਏ ਸਨ। ਉਹਨਾਂ ਨੂੰ ਔਰਤਾਂ ਘਰ ਲੈ ਆਈਆਂ। ਸਾਰੇ ਆਦਮੀ ਮਾਰੇ ਜਾ ਚੁੱਕੇ ਸਨ, ਪਰ ਮਾਮਾ ਜੀ ਅਜੇ ਜ਼ਿੰਦਾ ਸਨ। ਲਾਲਚ ਵਿੱਚ ਅੰਨੀ ਉਹ ਭੀੜ ਵਾਰ-ਵਾਰ ਹਮਲਾ ਕਰਦੀ ਸੀ। ਇਸ ਵਾਰ ਵੀ ਬਚਿਆ ਖੁਚਿਆ ਸਮਾਨ ਲੁੱਟਣ ਆਏ ਤਾਂ ਜ਼ਖਮੀ ਹੋਣ ਦੇ ਬਾਵਜੂਦ ਮਾਮਾ ਜੀ ਉੱਠ ਕੇ ਦਰਵਾਜ਼ੇ ਤੇ ਚਲੇ ਗਏ। ਕਹਿਣ ਲੱਗੇ, ਮੇਰੇ ਜ਼ਿੰਦਾ ਰਹਿੰਦੇ
इन्हां औरतां नूं कोई कुछ नहीं कहेगा। दंगाइयां ने उन्हां नूं बेरहमी नाल दरवाजे ते कोह कोह के कतल कर दिता। भीड़ दे इन्हां हमलियां विच किसे नूं इह नहीं पता लगा कि कौन कित्थे चला गया है। सरजीत कौर ने भी दोहां बच्चियां नूं सांभिया ਅਤੇ ਸ਼ਰਨ ਮੰਗਣ ਨਿਕਲ ਪਈ। ਉੱਥੇ ਰਾਹ ਵਿੱਚ ਹੀ ਇੱਕ ਹੋਰ ਅਨਾਥ ਬੱਚਾ ਮਿਲਿਆ ਜਿਸ ਨੂੰ ਨਾਲ ਲੈ ਲਿਆ ਸੀ। ਸ਼ਰਨ ਮਿਲੀ ਵੀ ਤਾਂ ਰਾਤ ਨੂੰ ਕੱਢ ਦਿੱਤਾ ਗਿਆ। ਸਰਦੀਆਂ ਸ਼ੁਰੂ ਹੋ ਚੁੱਕੀਆਂ ਸਨ। ਬੱਚਿਆਂ ਨੂੰ ਲੈ ਕੇ ਘੁੰਮ ਰਹੀ ਸੀ ਤਾਂ ਇੱਕ ਥਾਂ ਤੇ ਰਾਤ ਨੂੰ ਕੁਝ ਲੋਕ ਅੱਗ ਸੇਕਦੇ ਵਿਖਾਈ ਦਿੱਤੇ। ਨੇੜੇ ਗਈ ਤਾਂ ਇੱਕ ਬਜ਼ੁਰਗ ਗੁਆਂਢੀ ਨੇ ਪਛਾਣ ਲਿਆ। ਕਿਹਾ, ਬੇਟੀ ਤੂੰ ਕਿੱਥੇ ਘੁੰਮ ਰਹੀ ਹੈ? ਚੱਲ ਤੈਨੂੰ ਉੱਥੇ ਛੱਡ ਕੇ ਆਂਦਾ ਹਾਂ ਜਿੱਥੇ ਬਾਕੀ ਲੋਕ ਹਨ। ਇਸ ਬਜ਼ੁਰਗ ਨੇ ਸਰਜੀਤ ਕੌਰ ਨੂੰ ਉੱਥੇ ਛੱਡ ਦਿੱਤਾ ਜਿੱਥੇ ਹੋਰ ਪੀੜਤ ਵਿਧਵਾਵਾਂ ਅਤੇ ਬੱਚੇ ਸਨ। ਪੀੜਤਾਂ ਨੂੰ ਜਮਨਾ ਦੇ ਕੰਢੇ ਰੱਖਿਆ ਗਿਆ ਸੀ, ਪਰ ਜਮਨਾ ਅੱਜ ਪਹਿਲਾਂ ਵਾਂਗ ਜਮਨਾ ਨਹੀਂ ਸੀ। ਇਸ ਵਿੱਚ ਸੁੱਟੀਆਂ ਹੋਈਆਂ ਸਿੱਖਾਂ ਦੀਆਂ ਲਾਸ਼ਾਂ ਨਜ਼ਰ ਆ ਰਹੀਆਂ ਸਨ। ਨਦੀ ਦਾ ਕੰਢਾ ਹੋਣ ਕਰਕੇ ਰੇਤ ਬਹੁਤ ਠੰਡੀ ਹੋ ਗਈ ਸੀ। ਸਰਜੀਤ ਕੌਰ ਨੇ ਅੱਧੀ ਦਰੀ ਹੇਠਾਂ ਵਿਛਾਈ ਅਤੇ ਅੱਧੀ ਬੱਚਿਆਂ ਉੱਤੇ ਪਾ ਦਿੱਤੀ। ਖੁਦ ਰਾਤ ਭਰ ਜਾਗਦੀ ਰਹੀ। ਕੁਝ ਦਿਨਾਂ ਬਾਅਦ ਹੀ ਇੱਥੇ ਉਸ ਬੱਚੇ ਦੀ ਅਭਾਗੀ ਮਾਂ ਮਿਲ ਗਈ ਜਿਸ ਦੇ ਪਤੀ ਨੂੰ ਦੰਗਾਈਆਂ ਨੇ ਮਾਰ ਦਿੱਤਾ ਸੀ। ਉਸ ਨੇ ਸਰਜੀਤ ਕੌਰ ਦੇ ਪੈਰ ਫੜ ਲਏ ਅਤੇ ਪਤਾ ਨਹੀਂ ਕਦੋਂ ਤੱਕ ਧੰਨਵਾਦ ਕਰਦੀ ਰਹੀ। ਕਤਲੇਆਮ ਤੋਂ ਪਹਿਲਾਂ ਸਰਜੀਤ ਕੌਰ ਦੇ ਪਰਿਵਾਰ ਦਾ ਚੰਗਾ ਭਲਾ ਕੰਮਕਾਜ ਸੀ। ਉਹ ਸਰਕਾਰ ਦੇ ਲਈ ਸ਼ੈੱਡ ਬਣਾਉਂਦੇ ਸਨ, ਪਰ ਹੁਣ ਸਭ ਕੁਝ ਲੁੱਟ ਲਿਆ ਗਿਆ ਸੀ। ਉਹ ਸ਼ੈੱਡ ਵੀ ਚੁੱਕ ਕੇ ਲੈ ਗਏ ਜਿੱਥੇ ਇਹ ਕੰਮ ਹੁੰਦਾ ਸੀ, ਉੱਥੇ ਵੀ ਕਬਜ਼ਾ ਹੋ ਗਿਆ। ਚਾਰੋਂ ਵਿਧਵਾਵਾਂ, ਦਰਾਣੀਆਂ ਅਤੇ ਜਠਾਣੀ 2 ਸਾਲਾਂ ਤੱਕ ਕਦੇ ਕਿਸੇ ਸੰਬੰਧੀ ਤੇ ਕਦੇ ਕਿਸੇ ਰਿਸ਼ਤੇਦਾਰ ਦੇ ਘਰ ਧੱਕੇ ਖਾਂਦੀਆਂ ਰਹੀਆਂ। ਘਰ ਦਾ ਕੋਈ ਆਦਮੀ ਨਹੀਂ ਬਚਿਆ ਸੀ। ਕੁਝ ਦਿਨਾਂ ਤੱਕ ਤਾਂ ਰਿਸ਼ਤੇਦਾਰ ਰੱਖ ਲੈਂਦੇ, ਪਰ ਫਿਰ ਉਹਨਾਂ ਨੂੰ ਭਾਰ ਲੱਗਣ ਲੱਗਦਾ ਜਿਸ ਘਰ ਦੇ ਸਾਰੇ ਆਦਮੀ ਇੱਕ ਹੀ ਦਿਨ ਵਿੱਚ ਮਾਰ ਦਿੱਤੇ ਜਾਣ। ਉਹ ਬੱਚਿਆਂ ਨੂੰ ਚੰਗੀ ਜ਼ਿੰਦਗੀ ਕਿੱਥੋਂ ਦਿੰਦੀਆਂ? ਇਨ੍ਹਾਂ ਔਰਤਾਂ ਨੇ ਕਦੇ ਘਰ ਤੋਂ ਬਾਹਰ ਬਿਨਾਂ ਕਾਰਨ ਕਦਮ ਵੀ ਨਹੀਂ ਰੱਖਿਆ ਸੀ। ਸਿਸਕਦੇ ਹੋਏ ਸਰਜੀਤ ਕੌਰ ਪੁੱਛਦੀ ਹੈ ਕਿ ਅਖੀਰ ਸਾਡਾ ਕੀ ਦੋਸ਼ ਹੈ? ਅਜੇ ਸਾਡੇ ਲਈ ਹੋਰ ਕਿੰਨੇ ਪਾਕਿਸਤਾਨ ਬਣਨੇ ਬਾਕੀ ਹਨ। 1984 ਸਿੱਖ ਕਤਲੇਆਮ ਦਾ ਸੱਚ। ਲੇਖਕ ਜਰਨੈਲ ਸਿੰਘ, ਪੱਤਰਕਾਰ, ਦਿੱਲੀ। ਸਾਡੇ ਲਈ ਹੋਰ ਕਿੰਨੇ ਪਾਕਿਸਤਾਨ ਬਣਨੇ ਬਾਕੀ ਹਨ। ਇਹ ਕਤਲੇਆਮ ਸੀ, ਦੰਗੇ ਬਿਲਕੁਲ ਨਹੀਂ। ਦੰਗੇ ਕਿਸੇ ਭਾਵਨਾਤਮਕ ਮੁੱਦੇ ਤੇ ਦੋ ਪੱਖਾਂ ਦੇ ਆਮੋ ਸਾਹਮਣੇ ਹੋ ਜਾਣ ਨਾਲ ਭੜਕਦੇ ਹਨ, ਜਿਸ ਨਾਲ ਦੋਵਾਂ ਪੱਖਾਂ ਦਾ ਨੁਕਸਾਨ ਹੁੰਦਾ ਹੈ, ਕਿਸੇ ਦਾ ਘੱਟ ਅਤੇ ਕਿਸੇ ਦਾ ਵਾਧੂ। ਪਰ ਇੱਥੇ ਤਾਂ ਸਭ ਕੁਝ ਪਲਾਨ ਕਰਕੇ ਕੀਤਾ ਗਿਆ ਸੀ। ਦੇਸ਼ ਭਰ ਵਿੱਚ 5000 ਤੋਂ ਵੱਧ ਤੇ ਰਾਜਧਾਨੀ ਵਿੱਚ 3000 ਤੋਂ ਵੱਧ ਨਿਰਦੋਸ਼ ਸਿੱਖ ਮਾਰੇ ਗਏ ਸੀ। ਦੰਗਾਈ ਕੋਈ ਮਰਨਾ ਤਾਂ ਕੀ ਸੀ, ਗ੍ਰਿਫਤਾਰ ਤੱਕ ਨਾ ਹੋਇਆ। ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹੱਤਿਆ ਤੇ 24 ਘੰਟਿਆਂ ਬਾਅਦ ਤੱਕ ਕੋਈ ਸਿੱਖ ਨਹੀਂ ਮਾਰਿਆ ਗਿਆ। 31 ਅਕਤੂਬਰ 1984 ਦੀ ਸ਼ਾਮ ਏਮਸ ਹਸਪਤਾਲ ਦੇ ਬਾਹਰ ਕੁਝ ਸ਼ਰਾਰਤਾਂ ਤਾਂ ਹੋਈਆਂ, ਪਰ ਇਹ ਸਿੱਖਾਂ ਦੀ ਪਗੜੀ ਉਛਾਲਣ, ਬੇਇੱਜ਼ਤ ਕਰਨ ਜਾਂ ਕੁਝ ਮਾਰਕੁੱਟ ਕਰਨ ਤੋਂ ਅੱਗੇ ਨਹੀਂ ਵਧੀਆਂ। ਪਰ ਪੀੜਤਾਂ ਦੇ ਹਲਫਨਾਮੇ ਦੱਸਦੇ ਹਨ ਕਿ ਫਿਰ ਰਾਤ ਨੂੰ ਬਕਾਇਦਾ ਕਾਂਗਰਸ ਨੇਤਾਵਾਂ ਦੀਆਂ ਬੈਠਕਾਂ ਹੋਈਆਂ ਤੇ ਨਿਰਦੇਸ਼ ਆ ਚੁੱਕੇ ਸੀ ਕਿ ਹੁਣ ਪੂਰੀ ਸਿੱਖ ਕੌਮ ਨੂੰ ਸਬਕ ਸਿਖਾਉਣਾ ਹੈ। ਸਿੱਖਾਂ ਤੇ ਉਹਨਾਂ ਦੇ ਘਰਾਂ ਨੂੰ ਸਾੜਨ ਲਈ ਬਕਾਇਦਾ ਤੇਜ਼ੀ ਨਾਲ ਅੱਗ ਫੜਨ ਵਾਲੇ ਪਾਊਡਰ ਦੀਆਂ ਬੋਰੀਆਂ ਮੰਗਵਾ ਕੇ ਦਿੱਲੀ ਵਿੱਚ ਵੰਡੀਆਂ ਗਈਆਂ। ਮਿੱਟੀ ਦੇ ਤੇਲ ਦੇ ਡੀਪੂਆਂ ਨੂੰ ਦੰਗਾਈਆਂ ਨੂੰ ਤੇਲ ਦੇਣ ਲਈ ਕਿਹਾ ਗਿਆ। ਸਿੱਖਾਂ ਦੇ ਘਰਾਂ ਦੀ ਵੋਟਰ ਲਿਸਟਾਂ ਵਿੱਚ ਨਿਸ਼ਾਨਦੇਹੀ ਕੀਤੀ ਗਈ। ਪੁਲਿਸ ਨੂੰ ਅੱਖਾਂ ਬੰਦ ਕਰਨ
ਜਾਂ ਫਿਰ ਲੋੜ ਪੈਣ ਤੇ ਦੰਗਾਈਆਂ ਦਾ ਸਾਥ ਦੇਣ ਦੇ ਨਿਰਦੇਸ਼ ਦਿੱਤੇ ਗਏ। ਸਿੱਖਾਂ ਨੂੰ ਮਾਰਨ ਲਈ ਬਕਾਇਦਾ ਹਰਿਆਣਾ ਤੋਂ ਰੇਲ ਮੰਗਵਾਈ ਗਈ। ਡੀਟੀਸੀ ਦੀਆਂ ਬੱਸਾਂ ਨੂੰ ਹਰਿਆਣਾ ਦੀਆਂ ਉਹਨਾਂ ਜਾਤਾਂ ਨੂੰ ਲਿਆਉਣ ਦੀ ਡਿਊਟੀ ਸੌਂਪੀ ਗਈ ਜੋ ਕਿ ਮਾਰ-ਕੁੱਟ ਤੇ ਲੁੱਟ ਖਸੁੱਟ ਨੂੰ ਲੈ ਕੇ ਬਦਨਾਮ ਰਹੀਆਂ ਹਨ, ਜੋ ਝੁੱਗੀ ਝੌਂਪੜੀਆਂ ਤੇ ਅਵੈਧ ਕਾਲੋਨੀਆਂ ਵੋਟ ਬੈਂਕ ਦੇ ਵਾਂਗ ਵਰਤੋਂ ਕਰਨ ਲਈ ਬਣਾਈਆਂ ਗਈਆਂ ਸਨ। ਉੱਥੋਂ ਦੇ ਲੋਕਾਂ ਨੂੰ ਲਾਲਚ ਵਿਖਾ ਕੇ ਲੁੱਟਣ ਤੇ ਮਾਰਨ ਨੂੰ ਕਿਹਾ ਗਿਆ। ਕਾਂਗਰਸੀ ਨੇਤਾਵਾਂ ਨੇ ਜਦੋਂ ਪੂਰਾ ਇੰਤਜ਼ਾਮ ਕਰ ਲਿਆ ਤਾਂ ਫਿਰ ਭੀੜ ਨੂੰ ਭਾਸ਼ਣ ਦੇ ਕੇ ਕਤਲੇਆਮ ਲਈ ਪ੍ਰੇਰਿਤ ਕੀਤਾ ਗਿਆ। ਇਉਂ ਲੱਗਦਾ ਸੀ ਜਿਵੇਂ ਹਰੇਕ ਦੰਗਾਈ ਨੂੰ ਇਹ ਪਤਾ ਸੀ ਕਿ ਉਸ ਦਾ ਕੁਝ ਵਿਗੜਨ ਵਾਲਾ ਨਹੀਂ ਅਤੇ ਪੁਲਿਸ ਪ੍ਰਸ਼ਾਸਨ ਤੇ ਸਰਕਾਰ ਉਹਨਾਂ ਦੇ ਨਾਲ ਹੈ। ਆਲਮ ਇਹ ਸੀ ਕਿ ਜਦੋਂ ਪੁਲਿਸ ਕਤਲੇਆਮ ਵਾਲੀ ਥਾਂ ਤੇ ਆ ਜਾਂਦੀ ਤਾਂ ਦੰਗਾਈਆਂ ਨੂੰ ਜ਼ਿਆਦਾ ਤਸੱਲੀ ਹੋ ਜਾਂਦੀ। ਜੇਕਰ ਕਿਧਰੇ ਸਿੱਖਾਂ ਵੱਲੋਂ ਦੰਗਾਈਆਂ ਦੇ ਵਿਰੋਧ ਜਾਂ ਗੁਰਦੁਆਰੇ ਨੂੰ ਬਚਾਉਣ ਲਈ ਇਕੱਠਿਆਂ ਹੋਣ ਦੀ ਖਬਰ ਮਿਲਦੀ ਤਾਂ ਪੁਲਿਸ ਫੌਰਨ ਉੱਥੇ ਦੰਗਾਈਆਂ ਦਾ ਸਾਥ ਦੇਣ ਪਹੁੰਚ ਜਾਂਦੀ। ਜੇਕਰ ਕੋਈ ਸਿੱਖ ਪੁਲਿਸ ਥਾਣੇ ਪਹੁੰਚ ਗਿਆ ਤਾਂ ਉਸ ਨੂੰ ਖੁਦ ਪੁਲਿਸ ਨੇ ਗੋਲੀ ਮਾਰੀ ਜਾਂ ਫਿਰ ਥਾਣੇ ਤੋਂ ਭਜਾ ਦਿੱਤਾ। ਜੇਕਰ ਕਿਸੇ ਨੇ ਬਚਾਉਣ ਦੇ ਲਈ ਫੋਨ ਕੀਤਾ ਤਾਂ ਕਿਹਾ ਗਿਆ ਕਿ ਚਿੰਤਾ ਨਾ ਕਰੋ, ਤੁਹਾਨੂੰ ਸਾੜਨ ਵੀ ਆ ਜਾਂਦੇ ਹਾਂ। ਦੰਗਾਈ ਕਤਲੇਆਮ ਕਰਦੇ ਰਹੇ ਪਰ ਥਾਣਿਆਂ ਦੀਆਂ ਲਾਗ ਬੁੱਕਾਂ ਖਾਲੀ ਪਈਆਂ ਰਹੀਆਂ। ਵੇਲੇ ਦੇ ਪੁਲਿਸ ਕਮਿਸ਼ਨਰ ਨੇ ਆਪਣੀ ਲਾਗ ਬੁੱਕ ਜਾਂਚ ਕਮਿਸ਼ਨ ਨੂੰ ਨਹੀਂ ਦਿੱਤੀ। ਗ੍ਰਿਫਤਾਰੀ ਹੋਈ ਵੀ ਤਾਂ ਉਹਨਾਂ ਸਿੱਖਾਂ ਦੀ ਜਿਨ੍ਹਾਂ ਨੇ ਆਪਣੀ ਜਾਨ ਬਚਾਉਣ ਲਈ ਹਥਿਆਰ ਕੱਢ ਲਏ ਸੀ। ਇਸੇ ਨੂੰ ਬਹਾਦਰੀ ਦੱਸ ਕੇ ਬਾਅਦ ਵਿੱਚ ਬਹਾਦਰੀ ਦੇ ਰਾਸ਼ਟਰਪਤੀ ਮੈਡਲ ਦਿੱਤੇ ਗਏ। ਇਸ ਤੋਂ ਵੱਡੀ ਬੇਸ਼ਰਮੀ ਅਤੇ ਕਾਇਰਤਾ ਦੀ ਗੱਲ ਕੀ ਹੋ ਸਕਦੀ ਹੈ। ਦੰਗਾਈਆਂ ਦੇ ਖਿਲਾਫ ਕੁਝ ਨਹੀਂ ਹੋ ਰਿਹਾ ਸੀ ਪਰ ਆਤਮ ਸੁਰੱਖਿਆ ਲਈ ਲਾਇਸੈਂਸੀ ਹਥਿਆਰ ਰੱਖਣ ਵਾਲੇ ਕੱਢਣ ਵਾਲੇ ਸਿੱਖਾਂ ਦੇ ਖਿਲਾਫ ਹੱਤਿਆ ਦੇ ਮੁਕੱਦਮੇ ਕਰਾਏ ਗਏ। ਪੁਲਿਸ ਦਾ ਕੰਮ ਇਕੱਠੇ ਹੋ ਰਹੇ ਸਿੱਖਾਂ ਨੂੰ ਵੱਖ-ਵੱਖ ਕਰਨਾ ਅਤੇ ਹਥਿਆਰ ਜ਼ਬਤ ਕਰਨ ਦੇ ਬਾਅਦ ਭੀੜ ਨੂੰ ਹਮਲਾ ਕਰਨ ਦੇ ਹੁਕਮ ਜਾਰੀ ਕਰਨਾ ਹੀ ਰਹਿ ਗਿਆ ਸੀ। ਇਸ ਕਤਲੇਆਮ ਦਾ ਤਰੀਕਾ ਪੂਰੀ ਦਿੱਲੀ ਵਿੱਚ ਇੱਕੋ ਜਿਹਾ ਹੀ ਸੀ। ਪਹਿਲੇ ਭੀੜ ਇਕੱਠੀ ਹੁੰਦੀ ਤੇ ਗੁਰਦੁਆਰੇ ਤੇ ਹਮਲਾ ਕਰਦੀ। ਜੇਕਰ ਵਿਰੋਧ ਹੁੰਦਾ ਤਾਂ ਪੁਲਿਸ ਆ ਕੇ ਸਹਿਯੋਗ ਕਰਦੀ। ਗੁਰਦੁਆਰੇ ਤੇ ਹਮਲਾ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕੀਤੀ ਜਾਂਦੀ। ਦੁਨੀਆ ਨੂੰ ਸ਼ਾਂਤੀ ਅਤੇ ਪਿਆਰ ਦਾ ਉਪਦੇਸ਼ ਦੇਣ ਵਾਲੇ ਇਸ ਇਸ਼ਟ ਦੇ ਸਰੂਪ ਨੂੰ ਫਾੜਿਆ ਜਾਂਦਾ, ਅੱਗ ਲਾਈ ਜਾਂਦੀ ਅਤੇ ਇੱਥੋਂ ਤੱਕ ਕਿ ਮਲ ਮੂਤਰ ਵੀ ਸੁੱਟਿਆ ਜਾਂਦਾ। ਇਹ ਸੈਕੂਲਰ ਭਾਰਤ ਅੰਦਰ ਫਿਰਕੂਪਣੇ ਦੀ ਹੱਦ ਸੀ। ਦੰਗਾਈਆਂ ਦੀ ਹੈਵਾਨੀਅਤ ਨੂੰ ਪ੍ਰਗਟ ਕਰਦੇ ਹੋਏ ਨੰਦਿਕਾ ਹਕਸਰ ਤੇ ਉਮਾ ਚੱਕਰਵਰਤੀ ਨੇ ਦਿੱਲੀ ਰਾਈਟਸ ਵਿੱਚ ਇੱਕ ਘਟਨਾ ਦਾ ਜ਼ਿਕਰ ਕੀਤਾ ਹੈ। ਜਦੋਂ ਇੱਕ 10 ਸਾਲ ਦਾ ਸਿੱਖ ਬੱਚਾ ਜਾਨ ਬਚਾਉਣ ਲਈ ਕੇਸਾਂ ਦੀ ਗੁੱਤ ਕਰਕੇ ਤੇ ਸਲਵਾਰ ਕਮੀਜ਼ ਪਾ ਕੇ ਸੜਕ ਤੇ ਜਾ ਰਿਹਾ ਸੀ ਤਾਂ ਦੰਗਾਈਆਂ ਨੇ ਉਸ ਨੂੰ ਪਛਾਣ ਲਿਆ ਅਤੇ ਕਿਹਾ ਕਿ ਸਰਦਾਰ ਦਾ ਬੱਚਾ ਹੋਵੇਗਾ। ਡਰੇ ਹੋਏ ਬੱਚੇ ਤੋਂ ਪੁੱਛਿਆ ਕਿ ਪਰਿਵਾਰ ਕਿੱਥੇ ਹੈ ਤਾਂ ਉਸ ਨੇ ਇੱਕ ਪਾਸੇ ਵੱਲ ਇਸ਼ਾਰਾ ਕੀਤਾ ਜਿੱਥੇ ਉਸ ਦੇ ਪਿਤਾ ਦੀ ਲਾਸ਼ ਪਈ ਹੋਈ ਸੀ। ਦੰਗਾਈਆਂ ਨੇ ਉਸ ਬੱਚੇ ਨੂੰ ਸੱਪ ਦਾ ਬੱਚਾ ਦੱਸਦੇ ਹੋਏ ਉਸ ਨੂੰ ਉਸ ਦੇ ਪਿਤਾ ਦੀ ਲਾਸ਼ ਤੇ ਸੁੱਟਿਆ ਅਤੇ ਅੱਗ ਲਾ ਦਿੱਤੀ। ਸਵਾਲ ਉੱਠਦਾ ਹੈ ਕਿ ਆਖਰ ਅਜਿਹੇ ਭੇੜੀਏ ਅੱਜ ਤੱਕ ਖੁੱਲੇ ਕਿਉਂ ਘੁੰਮ ਰਹੇ ਹਨ। ਫੌਜ ਦਿੱਲੀ ਵਿੱਚ ਮੌਜੂਦ ਸੀ ਪਰ ਉਸ ਨੂੰ ਲਾਇਆ ਨਹੀਂ ਗਿਆ। ਉਸ ਵੇਲੇ ਦੇ ਫੌਜ ਦੇ ਮੁਖੀ ਜਨਰਲ A.S. ਵੈਦਿਆ ਦਾ ਕਹਿਣਾ ਸੀ ਕਿ 5000 ਸੈਨਿਕ
31 ਅਕਤੂਬਰ ਦੀ ਰਾਤ ਨੂੰ ਹੀ ਮੇਰਠ ਤੋਂ ਦਿੱਲੀ ਆ ਗਏ ਸੀ, ਪਰ ਉਹਨਾਂ ਨੂੰ ਤੈਨਾਤ ਨਹੀਂ ਕੀਤਾ ਗਿਆ। ਰਾਜਪਾਲ ਪੀਜੀ ਗਵਈ ਰਾਸ਼ਟਰਪਤੀ ਨੂੰ ਕਹਿ ਰਹੇ ਸੀ ਕਿ ਫੌਜ ਲਾਉਣ ਨਾਲ ਹਾਲਾਤ ਵਿਗੜ ਜਾਣਗੇ। ਇਸ ਤੋਂ ਵੱਡਾ ਨਿਰਲੱਜ ਕੁਤਰਕ ਕੀ ਹੋ ਸਕਦਾ ਸੀ। 3 ਦਿਨਾਂ ਬਾਅਦ ਜਦੋਂ ਫੌਜ ਤੈਨਾਤ ਹੋਈ ਤਾਂ ਬਿਨਾਂ ਇੱਕ ਗੋਲੀ ਚਲਾਈ ਹੀ ਪੂਰਨ ਸ਼ਾਂਤੀ ਹੋ ਗਈ। ਕਾਨਪੁਰ ਵਿੱਚ ਜਿੱਥੇ ਫੌਜ ਹਮੇਸ਼ਾ ਮੌਜੂਦ ਰਹਿੰਦੀ ਹੈ, ਇੱਕ ਕੈਪਟਨ ਦੰਗਾਈਆਂ ਦੇ ਖਿਲਾਫ ਕਾਰਵਾਈ ਕਰਨ ਦੀ ਇਜਾਜ਼ਤ ਮੰਗ ਰਿਹਾ ਸੀ। ਉਸ ਦੀਆਂ ਅੱਖਾਂ ਦੇ ਸਾਹਮਣੇ 25 ਸਿੱਖਾਂ ਨੂੰ ਘਰਾਂ ਵਿੱਚ ਸਾੜ ਦਿੱਤਾ ਗਿਆ, ਪਰ ਡੀਐਮ ਨੇ ਕਾਰਵਾਈ ਦੀ ਇਜਾਜ਼ਤ ਨਹੀਂ ਦਿੱਤੀ। ਰਾਸ਼ਟਰਪਤੀ ਗਿਆਨੀ ਜੈਲ ਸਿੰਘ ਅਸਹਾਏ ਸੀ ਜਾਂ ਫਿਰ ਡਰੇ ਹੋਏ ਸੀ। ਉਹਨਾਂ ਦੀ ਔਕਾਤ ਵੀ ਨਹੀਂ ਸੀ ਕਿ ਆਪਣੀ ਜਾਣ ਪਛਾਣ ਦੇ ਮਾਰੇ ਗਏ ਇੱਕ ਵਿਅਕਤੀ ਦੀ ਲਾਸ਼ ਤੱਕ ਉਸ ਦੇ ਪਰਿਵਾਰ ਨੂੰ ਦਿਵਾ ਸਕਣ। ਗ੍ਰਹਿ ਮੰਤਰੀ ਨਰਸਿਮਹਾ ਰਾਓ ਦਾ ਵਤੀਰਾ ਅਜਿਹਾ ਸੀ ਜਿਵੇਂ ਕੁਝ ਹੋ ਹੀ ਨਹੀਂ ਰਿਹਾ ਸੀ। ਦੇਸ਼ ਦੀ ਰਾਜਧਾਨੀ ਵਿੱਚ ਕਤਲੇਆਮ ਹੋ ਰਿਹਾ ਸੀ ਤੇ ਉਹ ਅਪਰਾਧਿਕ ਚੁੱਪੀ ਸਾਧੀ ਬੈਠੇ ਹੋਏ ਸੀ। ਕਾਨੂੰਨ ਅਤੇ ਵਿਵਸਥਾ ਦਾ ਜ਼ਿੰਮਾ ਸ਼ਾਇਦ ਉਹਨਾਂ ਨੇ ਦੰਗਾਈਆਂ ਨੂੰ ਸੌਂਪ ਦਿੱਤਾ ਸੀ ਤੇ ਲੋਕਪੁਰੀ ਦੇ ਨੇੜਲੇ ਚਿਲਾ ਪਿੰਡ ਤੋਂ ਆਏ ਦੰਗਾਈ ਜਿਸ ਤਰ੍ਹਾਂ ਸਿੱਖਾਂ ਨੂੰ ਮਾਰਨ ਦੇ ਬਾਅਦ ਉਹਨਾਂ ਦੀਆਂ ਕੁੜੀਆਂ ਨੂੰ ਚੁੱਕ ਕੇ ਲੈ ਗਏ, ਉਹ ਸਾਬਤ ਕਰਦਾ ਹੈ ਕਿ ਉਹਨਾਂ ਦੇ ਹੌਸਲੇ ਕਿੰਨੇ ਵੱਧ ਚੁੱਕੇ ਸੀ ਤੇ ਉਹਨਾਂ ਨੂੰ ਪੁਲਿਸ ਦਾ ਕੋਈ ਡਰ ਨਹੀਂ ਸੀ। 3 ਦਿਨਾਂ ਤੱਕ ਸਿੱਖਾਂ ਨੂੰ ਮਾਰਨ, ਲੁੱਟਣ ਅਤੇ ਸਾੜ ਕੇ ਸਬਕ ਸਿਖਾਉਣ ਦੀ ਛੋਟ ਦਿੱਤੀ ਗਈ ਤੇ ਤੀਜੇ ਦਿਨ ਜਦੋਂ ਫੌਜ ਨੇ ਫਲੈਗ ਮਾਰਚ ਕੀਤਾ ਤਾਂ ਸਭ ਕੁਝ ਇੱਕਦਮ ਬੰਦ ਹੋ ਗਿਆ। ਫੌਜ ਨੂੰ ਇੱਕ ਗੋਲੀ ਤੱਕ ਚਲਾਉਣ ਦੀ ਲੋੜ ਨਹੀਂ ਪਈ। ਕਤਲੇਆਮ ਜਿਸ ਯੋਜਨਾਬੱਧ ਤਰੀਕੇ ਨਾਲ ਹੋਇਆ, ਉਸ ਨੂੰ ਵੇਖ ਕੇ ਨਾਨਾਵਟੀ ਕਮਿਸ਼ਨ ਨੂੰ ਕਹਿਣਾ ਪਿਆ ਕਿ ਕਤਲੇਆਮ ਸੰਗਠਿਤ ਅਤੇ ਸੁਨਿਯੋਜਿਤ ਢੰਗ ਨਾਲ ਕੀਤਾ ਗਿਆ ਸੀ। ਇਸ ਦੌਰਾਨ ਨਿਰਦੋਸ਼ ਸਿੱਖਾਂ ਨੂੰ ਲੈ ਕੇ ਕਿਧਰੇ ਲੋਕਾਂ ਦੇ ਮਨਾਂ ਵਿੱਚ ਕੋਈ ਤਰਸ ਨਾ ਆ ਜਾਵੇ, ਇਸ ਲਈ ਬਕਾਇਦਾ ਅਫਵਾਹਾਂ ਫੈਲਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ। ਇਹ ਕੰਮ ਪੁਲਿਸ ਨੇ ਆਪ ਕੀਤਾ। ਕਿਹਾ ਗਿਆ ਹੈ ਕਿ ਪੰਜਾਬ ਵਿੱਚ ਹਿੰਦੂਆਂ ਨੂੰ ਕੱਟ ਕੇ ਟ੍ਰੇਨ ਭੇਜੀ ਗਈ ਹੈ। ਕਿਸੇ ਨੇ ਇਸ ਅਫਵਾਹ ਦੀ ਸੱਚਾਈ ਜਾਣਨ ਦੀ ਕੋਸ਼ਿਸ਼ ਨਹੀਂ ਕੀਤੀ। ਹਾਂ, ਟ੍ਰੇਨਾਂ ਤੋਂ ਕੱਢ ਕੇ ਸਿੱਖਾਂ ਨੂੰ ਮਾਰਨ ਦਾ ਕੰਮ ਜ਼ਰੂਰ ਸ਼ੁਰੂ ਕਰ ਦਿੱਤਾ। ਅਫਵਾਹ ਇਹ ਵੀ ਫੈਲਾਈ ਗਈ ਕਿ ਸਿੱਖਾਂ ਨੇ ਹਿੰਦੂਆਂ ਨੂੰ ਮਾਰਨ ਲਈ ਦਿੱਲੀ ਦੇ ਪਾਣੀ ਵਿੱਚ ਜ਼ਹਿਰ ਮਿਲਾ ਦਿੱਤਾ ਹੈ। ਇਹ ਵੀ ਕਿਹਾ ਗਿਆ ਕਿ ਪੰਜਾਬ ਵਿੱਚ ਹਿੰਦੂਆਂ ਦੇ ਨਾਲ ਮਾਰਕੁੱਟ ਹੋ ਰਹੀ ਹੈ। ਇਹ ਸਭ ਫਿਰਕੂ ਮਾਨਸਿਕਤਾ ਨੂੰ ਵਧਾਉਣ ਲਈ ਕੀਤਾ ਜਾ ਰਿਹਾ ਸੀ ਤਾਂ ਕਿ ਸਿੱਖਾਂ ਦੇ ਪ੍ਰਤੀ ਕੋਈ ਰਹਿਮ ਕਿਸੇ ਦੇ ਮਨ ਵਿੱਚ ਨਾ ਰਹੇ। ਇੱਥੇ ਇਸ ਗੱਲ ਦਾ ਜ਼ਿਕਰ ਕਰਨਾ ਜ਼ਰੂਰੀ ਹੈ ਕਿ ਪੰਜਾਬ ਹੀ ਇੱਕ ਅਜਿਹਾ ਰਾਜ ਹੈ ਜਿੱਥੇ ਸਿੱਖਾਂ ਅਤੇ ਹਿੰਦੂਆਂ ਦੀ ਆਬਾਦੀ ਤਕਰੀਬਨ ਬਰਾਬਰ ਹੋਣ ਦੇ ਤਮਾਮ ਭੈੜੇ ਦੌਰਾਂ ਦੇ ਬਾਵਜੂਦ ਕੋਈ ਵੀ ਦੰਗਾ ਨਹੀਂ ਭੜਕਿਆ। ਦਿੱਲੀ ਤੇ ਦੇਸ਼ ਦੇ ਹੋਰ ਹਿੱਸਿਆਂ ਵਿੱਚ 5000 ਸਿੱਖਾਂ ਦੇ ਮਾਰੇ ਜਾਣ ਦੇ ਬਾਵਜੂਦ ਪੰਜਾਬ ਵਿੱਚ ਹਿੰਦੂਆਂ ਦੇ ਖਿਲਾਫ ਦੰਗੇ ਨਹੀਂ ਹੋਏ। ਦੂਰਦਰਸ਼ਨ ਕਤਲੇਆਮ ਭੜਕਾਉਣ ਦੀ ਆਪਣੀ ਭੂਮਿਕਾ ਪੂਰੀ ਸ਼ਿੱਦਤ ਨਾਲ ਨਿਭਾ ਰਿਹਾ ਸੀ। ਲਗਾਤਾਰ ਇੰਦਰਾ ਗਾਂਧੀ ਦਾ ਸਰੀਰ ਅਤੇ ਉਸ ਦੇ ਨੇੜੇ ਤੇੜੇ ਖੂਨ ਦਾ ਬਦਲਾ ਖੂਨ ਦੇ ਲੱਗ ਰਹੇ ਨਾਅਰਿਆਂ ਨੂੰ ਪ੍ਰਸਾਰਿਤ ਕੀਤਾ ਗਿਆ ਸੀ। ਕੋਈ ਵੀ ਨੇਤਾ ਇਹਨਾਂ ਨਾਅਰੇ ਲਾਉਣ ਵਾਲਿਆਂ ਨੂੰ ਸਮਝਾਉਣ ਦੀ ਕੋਸ਼ਿਸ਼ ਨਹੀਂ ਕਰ ਰਿਹਾ ਸੀ। ਉਸ ਵਕਤ ਟੀਵੀ ਦਾ ਇੱਕ ਚੈਨਲ ਸੀ ਤੇ ਇਸ ਦੂਰਦਰਸ਼ਨ ਨੇ ਜਿਸ ਤਰ੍ਹਾਂ ਨਾਲ ਇੰਦਰਾ ਗਾਂਧੀ ਦੀ ਹੱਤਿਆ ਅਤੇ ਫਿਰ ਕਿਰਿਆਕ੍ਰਮ ਦਾ ਪ੍ਰਸਾਰਣ ਕੀਤਾ, ਲੱਗ ਰਿਹਾ ਸੀ ਕਿ ਇਹ ਸਭ ਜਾਣ ਬੁੱਝ ਕੇ ਕੀਤਾ ਜਾ ਰਿਹਾ ਹੈ।
ਦੂਰਦਰਸ਼ਨ ਵਾਰ-ਵਾਰ ਸਿੱਖ ਸੁਰੱਖਿਆ ਕਰਮੀਆਂ ਵੱਲੋਂ ਹੱਤਿਆ ਦੀ ਗੱਲ ਨੂੰ ਦੁਹਰਾ ਰਿਹਾ ਸੀ। ਦੂਰਦਰਸ਼ਨ ਤੇ ਸਿੱਖ ਕਤਲੇਆਮ ਦੀ ਇੱਕ ਖਬਰ ਤੱਕ ਨਹੀਂ ਵਿਖਾਈ ਗਈ। ਉਸ ਨੂੰ ਤਾਂ ਜਿਵੇਂ ਸੱਪ ਸੁੰਘ ਗਿਆ ਸੀ। ਬਾਕੀ ਅਖਬਾਰਾਂ ਵੀ ਸਹੀ ਖਬਰ ਦੇਣ ਦੇ ਆਪਣੇ ਧਰਮ ਨੂੰ ਭੁੱਲ ਚੁੱਕੀਆਂ ਸੀ, ਜਾਂ ਫਿਰ ਉਹਨਾਂ ਨੇ ਮੰਨ ਲਿਆ ਸੀ ਕਿ ਸਿੱਖਾਂ ਦਾ ਮਾਰਿਆ ਜਾਣਾ ਕੋਈ ਖਬਰ ਨਹੀਂ ਹੈ, ਜਾਂ ਫਿਰ ਐਸੀ ਖਬਰ ਦੇਣ ਦਾ ਜੋਖਮ ਹੀ ਕੌਣ ਚੁੱਕੇ। ਸਾਰੀ ਦਿੱਲੀ ਵਿੱਚ ਮਾਰਕੁੱਟ ਹੋ ਰਹੀ ਸੀ ਤੇ ਅਖਬਾਰਾਂ ਸਿਰਫ ਸ਼ੋਕ ਸੰਦੇਸ਼ ਹੀ ਦੇ ਰਹੀਆਂ ਸੀ। ਇਹ ਤਾਂ ਇੰਡੀਅਨ ਐਕਸਪ੍ਰੈਸ ਦੇ ਰਿਪੋਰਟਰ ਰਾਹੁਲ ਬੇਦੀ ਨੇ 2 ਦਿਨਾਂ ਬਾਅਦ ਤ੍ਰਿਲੋਕਪੁਰੀ ਦੇ ਕਤਲੇਆਮ ਦੀ ਖਬਰ ਦਿੱਤੀ ਤਾਂ ਹੋਰ ਅਖਬਾਰਾਂ ਵਿੱਚ ਹਲਕੀ ਫੁਲਕੀ ਖਬਰਾਂ ਆਈਆਂ। ਅਖਬਾਰਾਂ ਅਤੇ ਦੂਰਦਰਸ਼ਨ ਵੇਖਣ ਤੇ ਲੱਗਦਾ ਹੀ ਨਹੀਂ ਸੀ ਕਿ ਦੇਸ਼ ਦੀ ਰਾਜਧਾਨੀ ਵਿੱਚ ਨਿਰਦੋਸ਼ਾਂ ਦਾ ਕਤਲੇਆਮ ਹੋ ਰਿਹਾ ਹੈ। ਮੀਡੀਆ ਨੇ ਮਾਰੇ ਗਏ ਲੋਕਾਂ ਦੀਆਂ ਵਿਧਵਾਵਾਂ ਨਾਲ ਗੱਲ ਕਰਨਾ ਹੀ ਉਚਿਤ ਨਹੀਂ ਸਮਝਿਆ। ਛੋਟੀ ਤੋਂ ਛੋਟੀ ਘਟਨਾ ਤੇ ਮਨੁੱਖੀ ਖਬਰਾਂ ਦਾ ਐਂਗਲ ਲੱਭਣ ਵਾਲੇ ਮੀਡੀਆ ਤੇ ਵੀ ਸ਼ਾਇਦ ਫਿਰਕੂ ਰੰਗਤ ਚੜ੍ਹ ਚੁੱਕੀ ਸੀ। ਇੰਡੀਆ ਟੂਡੇ ਨੇ 30 ਨਵੰਬਰ ਨੂੰ ਤਕਰੀਬਨ 1 ਮਹੀਨੇ ਬਾਅਦ ਇਸ ਕਤਲੇਆਮ ਦੇ ਸਬੰਧ ਵਿੱਚ ਲੋਕਲ ਕਾਂਗਰਸੀ ਆਗੂਆਂ ਤੇ ਪੁਲਿਸ ਨੂੰ ਕਟਘਰੇ ਵਿੱਚ ਲਿਆ ਕੇ ਖੜਾ ਕੀਤਾ। ਰਾਜਨੀਤਿਕ ਵਿਰੋਧੀ ਪੱਖ ਨੇ ਵੀ ਜ਼ਬਾਨ ਸੀ ਲਈ ਸੀ। ਕਤਲੇਆਮ ਸਿਰਫ ਦਿੱਲੀ ਤੱਕ ਸੀਮਿਤ ਨਹੀਂ ਸੀ। ਕਾਨਪੁਰ ਵਿੱਚ 200 ਤੋਂ ਵੱਧ ਜਾਨਾਂ ਗਈਆਂ ਸੀ ਤੇ ਬਿਹਾਰ ਦੇ ਬੋਕਾਰੋ ਵਿੱਚ ਵੀ 200 ਸਿੱਖ ਮਾਰੇ ਗਏ ਸੀ। ਪਟਨਾ, ਡਾਲਟਨਗੰਜ, ਜਮਸ਼ੇਦਪੁਰ, ਭਾਗਲਪੁਰ, ਹਜ਼ਾਰੀਬਾਗ ਤੇ ਝੁਮਰੀ ਤਲਾਇਆ ਵਿੱਚ ਵੀ ਸਿੱਖਾਂ ਨੂੰ ਬਖਸ਼ਿਆ ਨਹੀਂ ਗਿਆ। ਦਿੱਲੀ, ਕਾਨਪੁਰ, ਬੋਕਾਰੋ ਤੋਂ ਇਲਾਵਾ ਬਾਕੀ ਹਿੱਸਿਆਂ ਵਿੱਚ ਸਿੱਖਾਂ ਨਾਲ ਕੋਈ ਹਿੰਸਾ ਦੇ ਸਬੰਧ ਵਿੱਚ ਸਿੱਖਸ ਫਾਰ ਜਸਟਿਸ ਨਾਂ ਦੀ ਸੰਸਥਾ ਦਸਤਾਵੇਜ਼ ਤਿਆਰ ਕਰ ਰਹੀ ਹੈ। ਲਖਨਊ ਵਿੱਚ ਅਫਵਾਹ ਫੈਲਾਈ ਗਈ ਕਿ ਪੰਜਾਬ ਦੇ ਸਿੱਖਾਂ ਨੇ ਲਖਨਊ ਮੇਲ ਵਿੱਚ ਹਿੰਦੂਆਂ ਦੀਆਂ ਲਾਸ਼ਾਂ ਭੇਜੀਆਂ ਹਨ ਤੇ ਉੱਥੇ ਲਖਨਊ ਸਟੇਸ਼ਨ ਤੇ ਸਿੱਖ ਯਾਤਰੀਆਂ ਨੂੰ ਕੱਢ ਕੇ ਕਤਲ ਕਰ ਦਿੱਤਾ ਗਿਆ। ਗਾਜ਼ੀਆਬਾਦ ਵੀ ਇਸ ਤੋਂ ਅਛੋਹ ਨਹੀਂ ਰਿਹਾ। ਇੱਥੇ ਵੀ ਕਾਂਗਰਸੀ ਆਗੂਆਂ ਨੇ ਪੁਲਿਸ ਨਾਲ ਮਿਲ ਕੇ ਬਿਲਕੁਲ ਦਿੱਲੀ ਵਾਂਗ ਕਤਲੇਆਮ ਕੀਤਾ ਸੀ। ਮੱਧ ਪ੍ਰਦੇਸ਼, ਮਹਾਰਾਸ਼ਟਰ ਤੇ ਦੇਸ਼ ਦੇ ਕਈ ਹੋਰ ਹਿੱਸਿਆਂ ਵਿੱਚ ਵੀ ਜਿੱਥੇ ਕਾਂਗਰਸ ਮਜ਼ਬੂਤ ਸੀ ਉੱਥੇ ਕਤਲੇਆਮ ਹੋਇਆ। ਪੱਛਮੀ ਬੰਗਾਲ ਵਿੱਚ ਵਾਮਪੰਥੀਆਂ ਨੇ ਇਸ ਨੂੰ ਕਾਬੂ ਕਰ ਲਿਆ ਤੇ ਮਹਾਰਾਸ਼ਟਰ ਵਿੱਚ ਸ਼ਿਵ ਸੈਨਾ ਨੇ ਵੀ ਇਸ ਨੂੰ ਰੋਕਣ ਵਿੱਚ ਕੁਝ ਭੂਮਿਕਾ ਨਿਭਾਈ ਸੀ। ਖੁਸ਼ਵੰਤ ਸਿੰਘ ਨੇ ਰਾਜੀਵ ਗਾਂਧੀ ਦੇ ਸ਼ਾਸਨ ਦੇ ਪਹਿਲੇ 100 ਦਿਨਾਂ ਦੇ ਬਾਰੇ ਲਿਖਦਿਆਂ ਕਿਹਾ ਸੀ ਕਿ ਸਿਰਫ ਦਿੱਲੀ ਵਿੱਚ ਹੀ 6000 ਤੋਂ ਵੱਧ ਸਿੱਖ ਮਾਰੇ ਗਏ ਸੀ। ਇੰਦਰਾ ਗਾਂਧੀ ਦੀ ਹੱਤਿਆ 31 ਅਕਤੂਬਰ ਨੂੰ ਹੋਈ ਤੇ ਅੰਤਮ ਸੰਸਕਾਰ ਦਾ ਸਮਾਂ 3 ਨਵੰਬਰ ਦੀ ਦੁਪਹਿਰ ਨੂੰ ਤੈਅ ਕੀਤਾ ਗਿਆ। ਦੁਨੀਆ ਭਰ ਤੋਂ ਵਿਦੇਸ਼ੀ ਪ੍ਰਤੀਨਿਧੀਆਂ ਤੇ ਮੀਡੀਆ ਨੇ ਆਉਣਾ ਸੀ ਤਾਂ ਇਸ ਦਿਨ ਫੌਜ ਨੇ ਫਲੈਗ ਮਾਰਚ ਕੀਤਾ ਤੇ ਸਭ ਕੁਝ ਸ਼ਾਂਤ ਹੋ ਗਿਆ। ਸਿੱਖਾਂ ਦੇ ਕਤਲੇਆਮ ਦੇ ਸਭ ਤੋਂ ਵੱਡੇ ਆਰੋਪੀ ਸਾਂਸਦ HKL ਭਗਤ ਨੂੰ ਜਮੁਨਾ ਪਾਰ ਦਾ ਸਭ ਤੋਂ ਵੱਡਾ ਗੁੰਡਾ ਮੰਨਿਆ ਜਾਂਦਾ ਸੀ। ਸਭ ਤੋਂ ਵੱਧ ਕਤਲੇਆਮ ਇੱਥੇ ਹੋਇਆ। ਤ੍ਰਿਲੋਕਪੁਰੀ, ਸੁਲਤਾਨਪੁਰੀ, ਜਹਾਂਗੀਰਪੁਰੀ ਵਰਗੇ ਇਲਾਕਿਆਂ ਵਿੱਚ ਸਭ ਤੋਂ ਵੱਧ ਤਬਾਹੀ ਮਚਾਈ ਗਈ ਸੀ। ਤ੍ਰਿਲੋਕਪੁਰੀ ਦੇ ਇਕੱਲੇ 32 ਬਲਾਕ ਵਿੱਚ ਹੀ 500 ਤੋਂ ਵੱਧ ਸਿੱਖਾਂ ਨੂੰ ਮਾਰ ਦਿੱਤਾ ਗਿਆ ਸੀ। ਇਸ ਦਾ ਇਨਾਮ ਭਗਤ ਨੂੰ ਰਾਜੀਵ ਗਾਂਧੀ ਦੀ ਸਰਕਾਰ ਵਿੱਚ ਕੈਬਨਿਟ ਮੰਤਰੀ ਬਣਾ ਕੇ ਦਿੱਤਾ ਗਿਆ। ਇਸ ਤੋਂ ਬਾਅਦ ਬਾਹਰੀ ਦਿੱਲੀ ਵਿੱਚ ਪਾਲਮ, ਤੁਗਲਕਾਬਾਦ, ਟੋਡਰਪੁਰ ਤੇ ਇੰਦਰਪੁਰੀ ਵਰਗੇ ਇਲਾਕਿਆਂ ਵਿੱਚ ਮਾਰਕਾਟ ਹੋਈ। ਇੱਥੇ ਸੱਜਣ ਕੁਮਾਰ ਨੇ ਬਕਾਇਦਾ ਸਿੱਖਾਂ ਨੂੰ ਮਾਰਨ ਤੇ ਨਕਦ ਇਨਾਮ ਦੇਣ ਦਾ ਐਲਾਨ ਕਰ ਦਿੱਤਾ ਸੀ।
ਗਵਾਹਾਂ ਦਾ ਕਹਿਣਾ ਹੈ ਕਿ ਉਹ ਪੁਲਿਸ ਦੀ ਜੀਪ ਵਿੱਚ ਬੈਠ ਕੇ ਦੰਗਾਈਆਂ ਦੀ ਭੀੜ ਦੀ ਅਗਵਾਈ ਕਰਦਾ ਸੀ। ਉਸ ਵਕਤ ਉਹ ਸਿਰਫ ਨਗਰ ਨਿਗਮ ਦਾ ਇੱਕ ਕਾਉਂਸਲਰ ਹੀ ਸੀ, ਪਰ ਸਿੱਖਾਂ ਨੂੰ ਮਾਰਨ ਦੇ ਇਨਾਮ ਦੇ ਤੌਰ ਤੇ ਉਸ ਨੂੰ ਸਿੱਧਾ ਲੋਕ ਸਭਾ ਦੀ ਟਿਕਟ ਦੇ ਕੇ ਸਾਂਸਦ ਬਣਾ ਦਿੱਤਾ ਗਿਆ। ਸਾਂਸਦ ਧਰਮਦਾਸ ਸ਼ਾਸਤਰੀ ਨੇ ਪਟੇਲ ਨਗਰ ਦੇ ਨਾਲ ਲੱਗਦੇ ਇਲਾਕਿਆਂ ਵਿੱਚ ਮਾਰ-ਕੁੱਟ ਕਰਾਈ ਤੇ ਜਗਦੀਸ਼ ਟਾਈਟਲਰ ਦੇ ਸਦਰ ਇਲਾਕੇ ਵਿੱਚ ਵੀ ਜ਼ਬਰਦਸਤ ਲੁੱਟ-ਖਸੁੱਟ ਹੋਈ। ਪੁਲ ਬੰਗਸ ਇਲਾਕੇ ਵਿੱਚ ਗੁਰਦੁਆਰੇ ਨੂੰ ਸਾੜਨ ਤੇ 2 ਸਿੱਖਾਂ ਨੂੰ ਜਿੰਦਾ ਸਾੜਨ ਦੀ ਘਟਨਾ ਲਈ ਪ੍ਰੇਰਿਤ ਕਰਨ ਦੇ ਦੋਸ਼ ਟਾਈਟਲਰ ਤੇ ਲੱਗੇ ਹਨ। ਜੇਕਰ ਪੁਲਿਸ ਨੇ ਦੰਗਾਈਆਂ ਨੂੰ ਫੜਿਆ ਵੀ ਤਾਂ ਉਹ ਉਹਨਾਂ ਨੂੰ ਕਾਂਗਰਸੀ ਕਾਰਕੁਨ ਦੱਸਦੇ ਹੋਏ ਛਡਾਉਣ ਪਹੁੰਚ ਗਏ ਸੀ। ਟਾਈਟਲਰ ਨੂੰ ਵੀ ਇਸ ਮਾਰ-ਕੁੱਟ ਤੇ ਲੁੱਟ ਦਾ ਇਨਾਮ ਮਿਲਿਆ ਤੇ ਉਸ ਨੂੰ ਕੇਂਦਰ ਵਿੱਚ ਰਾਜ ਮੰਤਰੀ ਬਣਾ ਦਿੱਤਾ ਗਿਆ। ਜਿਹੜੇ 3 ਕਾਂਗਰਸੀ ਨੇਤਾਵਾਂ ਨੇ ਦਿੱਲੀ ਦੇ ਸਿੱਖਾਂ ਦੇ ਕਤਲੇਆਮ ਵਿੱਚ ਅਹਿਮ ਭੂਮਿਕਾ ਨਿਭਾਈ ਸੀ, ਤਿੰਨਾਂ ਨੂੰ ਰਾਜੀਵ ਗਾਂਧੀ ਨੇ ਸੱਤਾ ਵਿੱਚ ਆਉਂਦਿਆਂ ਹੀ ਸਨਮਾਨਿਤ ਕੀਤਾ। ਐਸੇ ਹਾਲਾਤਾਂ ਵਿੱਚ ਪੁਲਿਸ ਪ੍ਰਸ਼ਾਸਨ ਤੇ ਨਿਆਂ ਤੰਤਰ ਕੀ ਕਰਦਾ, ਇਹ ਸਮਝਿਆ ਜਾ ਸਕਦਾ ਹੈ ਕਿ ਇਹ ਵਤੀਰਾ ਬਹੁਤ ਕੁਝ ਨਹੀਂ ਕਹਿੰਦਾ। ਰਾਜੀਵ ਗਾਂਧੀ ਦਾ 19 ਨਵੰਬਰ ਨੂੰ ਇੰਡੀਆ ਗੇਟ ਦੇ ਸਾਹਮਣੇ ਜਨ ਸਭਾ ਨੂੰ ਸਿੱਖ ਕਤਲੇਆਮ ਨੂੰ ਜਾਇਜ਼ ਠਹਿਰਾਉਂਦਿਆਂ ਇਹ ਕਹਿਣਾ ਕਿ ਜਦੋਂ ਵੱਡਾ ਦਰਖਤ ਡਿੱਗਦਾ ਹੈ ਤਾਂ ਧਰਤੀ ਹਿਲਦੀ ਹੀ ਹੈ, ਸਿੱਖਾਂ ਦੇ ਜ਼ਖਮਾਂ ਤੇ ਲੂਣ ਛਿੜਕਣ ਵਾਲਾ ਸੀ। ਕਤਲੇਆਮ ਦੇ ਬਾਅਦ ਪਹਿਲੀ ਵਾਰ ਸੰਸਦ ਦੀ ਬੈਠਕ ਹੋਈ, ਪਰ ਕਿਸੇ ਨੇ ਵੀ ਸਾਬਕਾ ਪ੍ਰਧਾਨ ਮੰਤਰੀ ਦੀ ਮੌਤ ਦੇ ਸ਼ੋਕ ਤੋਂ ਇਲਾਵਾ ਇੱਕ ਵੀ ਸ਼ਬਦ ਨਹੀਂ ਬੋਲਿਆ ਕਿ ਮਰਨ ਵਾਲੇ ਸਿੱਖ ਦੇਸ਼ ਦੇ ਨਾਗਰਿਕ ਨਹੀਂ ਸਨ। ਅਖੀਰ ਸਭ ਦੀ ਜ਼ਮੀਰ ਮਰ ਕਿਉਂ ਗਈ ਸੀ? ਆਖਿਰ ਕਤਲੇਆਮ ਕਰਾਉਣ ਵਾਲੇ ਖਲਨਾਇਕਾਂ ਨੂੰ ਸੱਤਾ ਦੀਆਂ ਰੇਵੜੀਆਂ ਕਿਉਂ ਵੰਡੀਆਂ ਜਾ ਰਹੀਆਂ ਸਨ? ਪੀਪਲਜ਼ ਯੂਨੀਅਨ ਆਫ ਡੈਮੋਕ੍ਰੈਟਿਕ ਰਾਈਟਸ ਤੇ ਪੀਪਲਜ਼ ਯੂਨੀਅਨ ਫਾਰ ਸਿਵਲ ਲਿਬਰਟੀਜ਼ ਨੇ ਪਹਿਲੀ ਵਾਰ ਦੋਸ਼ੀ ਕੌਣ ਨਾਮ ਦੀ ਰਿਪੋਰਟ ਵਿੱਚ ਸਿੱਖਾਂ ਦੀ ਵੱਡੇ ਪੈਮਾਨੇ ਤੇ ਹੱਤਿਆ ਅਤੇ ਉਸ ਦੇ ਪਿੱਛੇ ਕਾਂਗਰਸ ਅਤੇ ਪੁਲਿਸ ਦੀ ਭੂਮਿਕਾ ਨੂੰ ਵਿਸਤਾਰ ਨਾਲ ਛਾਪਿਆ। ਪਰ ਮਾਣਯੋਗ ਅਦਾਲਤ ਨੇ ਇਸ ਰਿਪੋਰਟ ਨੂੰ ਨੋਟਿਸ ਵਿੱਚ ਲੈਣ ਦੀ ਬਜਾਏ ਕਿਹਾ ਕਿ ਉਹ ਅਜਿਹੀ ਰਿਪੋਰਟਾਂ ਨੂੰ ਕੋਈ ਮਹੱਤਵ ਨਹੀਂ ਦਿੰਦੀ। ਜਨਵਰੀ 1985 ਦੇ ਵਿੱਚ ਸਿਟੀਜ਼ਨ ਫਾਰ ਡੈਮੋਕ੍ਰੇਸੀ ਨੇ ਟਰੁਥ ਅਬਾਊਟ ਵਾਇਲੈਂਸ ਰਿਪੋਰਟ ਟੂ ਦੀ ਨੇਸ਼ਨ ਤਿਆਰ ਕੀਤੀ। ਇਹਨਾਂ ਨੇ ਕਾਂਗਰਸੀ ਨੇਤਾਵਾਂ ਤੇ ਪੁਲਿਸ ਦੀ ਭੂਮਿਕਾ ਦਾ ਪਰਦਾ ਫਾਸ਼ ਕਰ ਦਿੱਤਾ ਸੀ, ਪਰ ਸਰਕਾਰ ਨੇ ਕੋਈ ਕਾਰਵਾਈ ਨਹੀਂ ਕੀਤੀ। ਇਹ ਗੱਲ ਸੱਚ ਹੈ ਕਿ ਜਦੋਂ ਸਾਡੇ ਘਰ ਵਿੱਚ ਕਿਸੇ ਦੀ ਮੌਤ ਹੋ ਜਾਏ ਤਾਂ ਰਿਸ਼ਤੇਦਾਰ ਵੀ ਘਰ ਵਾਲਿਆਂ ਨੂੰ ਤਸੱਲੀ ਕਹਿੰਦੇ ਨੇ ਕਿ ਹੁਣ ਜੋ ਹੋ ਗਿਆ ਉਸ ਨੂੰ ਭੁੱਲ ਜਾਓ ਤੇ ਅੱਗੇ ਵਧਣ ਬਾਰੇ ਸੋਚੋ। ਪਰ ਇਹ ਤਾਂ ਹੁੰਦਾ ਹੈ ਜਦੋਂ ਮੌਤ ਸੁਭਾਵਿਕ ਹੋਵੇ। ਜੇਕਰ ਕਿਸੇ ਦਾ ਕਤਲ ਕੀਤਾ ਗਿਆ ਹੋਵੇ ਤਾਂ ਇੰਜ ਨਹੀਂ ਕਿਹਾ ਜਾਂਦਾ ਕਿ ਕਤਲ ਕਰਨ ਵਾਲੇ ਨੂੰ ਭੁੱਲ ਜਾਓ। ਕਾਂਗਰਸ ਗੁਜਰਾਤ ਦੇ ਦੰਗਿਆਂ ਲਈ ਮੁਸਲਮਾਨਾਂ ਨੂੰ ਸ਼ਾਇਦ ਹੀ ਭੁੱਲਣ ਲਈ ਕਹੇਗੀ। ਇੱਥੇ ਤਾਂ ਦੰਗਾ ਕਰਨ ਵਾਲਿਆਂ ਨੂੰ ਮੌਤ ਦੇ ਸੁਦਾਗਰ ਕਹਿ ਕੇ ਚੇਤੇ ਕਰਵਾਇਆ ਜਾਂਦਾ ਹੈ। ਉੜੀਸਾ ਦੇ ਕੰਧਮਾਲ ਵਿੱਚ ਈਸਾਈਆਂ ਦੇ ਖਿਲਾਫ ਹੋਈ ਹਿੰਸਾ ਨੂੰ ਵੀ ਸ਼ਾਇਦ ਹੀ ਭੁੱਲਣ ਲਈ ਕਿਹਾ ਜਾਵੇ, ਪਰ ਫਿਰ ਸਿੱਖਾਂ ਨੂੰ ਇਹ ਨਸੀਹਤ ਕਿਉਂ ਦਿੱਤੀ ਜਾ ਰਹੀ ਹੈ? ਇਸ ਗੱਲ ਨੂੰ ਭੁੱਲਣਾ ਨਹੀਂ ਚਾਹੀਦਾ ਕਿ ਸਿੱਖ ਇਸੇ ਦੇਸ਼ ਦੇ ਬਰਾਬਰ ਦੇ ਨਾਗਰਿਕ ਹਨ। ਜੇਕਰ ਕਿਸੇ ਭੁਚਾਲ ਜਾਂ ਭਾਰੀ ਤੂਫਾਨ ਵਿੱਚ ਮਾਰੇ ਗਏ ਹੋਣ ਤਾਂ ਵੱਖਰੀ ਗੱਲ ਹੈ, ਪਰ ਕਤਲੇਆਮ ਨੂੰ ਕਿਵੇਂ ਭੁੱਲ ਜਾਣਾ ਕੋਈ ਹੱਲ ਨਹੀਂ ਹੈ। ਇਤਿਹਾਸ ਤੋਂ ਸਬਕ ਲਿਆ ਜਾਂਦਾ ਹੈ, ਨਾ ਕਿ ਉਸ ਨੂੰ ਭੁੱਲਿਆ ਜਾਂਦਾ ਹੈ। ਇਤਿਹਾਸ ਤੋਂ ਸਬਕ ਲੈਣਾ ਚਾਹੀਦਾ ਹੈ ਤਾਂ ਕਿ ਉਹ ਜਿਹੀਆਂ ਗਲਤੀਆਂ
ਫਿਰ ਨਾ ਦੁਹਰਾਈਆਂ ਜਾਣ। ਲੋੜ ਭੁੱਲਣ ਦੀ ਨਹੀਂ ਬਲਕਿ ਨਿਆਂ ਕਰਨ ਦੀ ਹੈ। ਅਤਵਾਦ ਦੇ ਖਿਲਾਫ ਕੜੇ ਕਾਨੂੰਨ ਵਾਂਗ ਹੀ ਫਿਰਕੂਪਣੇ ਦੇ ਖਿਲਾਫ ਵੀ ਸਖਤ ਕਾਨੂੰਨ ਬਣਾਉਣ ਦੀ ਲੋੜ ਹੈ। ਜੇਕਰ ਸਿੱਖਾਂ ਨੂੰ ਭੁੱਲ ਜਾਣ ਦੀ ਨਸੀਹਤ ਦੇਣ ਦੀ ਬਜਾਏ ਨਿਆਂ ਦੇਣ ਦੀ ਰਾਜਨੀਤਕ ਇੱਛਾ ਸ਼ਕਤੀ ਵਿਖਾਈ ਜਾਏ ਤੇ ਤਾਂ ਹੀ ਦੇਸ਼ ਅਤੇ ਕਾਂਗਰਸ ਦੇ ਮੱਥੇ ਤੇ ਲੱਗੀ ਇਸ ਕਾਲਖ ਨੂੰ ਘੱਟ ਕੀਤਾ ਜਾ ਸਕਦਾ ਹੈ। ਦੋ ਦੋਸ਼ੀਆਂ ਦੇ ਟਿਕਟ ਵਾਪਸ ਲੈ ਕੇ ਜੇਕਰ ਜਨ ਭਾਵਨਾ ਦਾ ਸਤਿਕਾਰ ਕੀਤਾ ਗਿਆ ਹੈ ਤਾਂ ਹੁਣ ਦੋਸ਼ੀਆਂ ਨੂੰ ਸਜ਼ਾ ਦਿਵਾ ਕੇ ਦੇਸ਼ ਵਿੱਚ ਧਰਮ ਨਿਰਪੱਖਤਾ ਤੇ ਨਿਆਂ ਦੀਆਂ ਜੜ੍ਹਾਂ ਨੂੰ ਹੋਰ ਮਜ਼ਬੂਤ ਕੀਤਾ ਜਾਣਾ ਚਾਹੀਦਾ ਹੈ। ਕਿਤਾਬ 1984 ਸਿੱਖ ਕਤਲੇਆਮ ਦਾ ਸੱਚ, ਲੇਖਕ ਜਰਨੈਲ ਸਿੰਘ, ਪੱਤਰਕਾਰ, ਦਿੱਲੀ। ਭਾਗ ਦੂਜਾ, ਆਵਾਜ਼ ਭਾਈ ਸੰਦੀਪ ਸਿੰਘ ਖਾਲੜਾ। ਹੋਈ ਭੁੱਲ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।